ਹੈਲੋ ਸਟੂਡੈਂਟਸ, ਆਪਾਂ ਇਸ ਚੈਨਲ ਉੱਪਰ ਈਟੀਟੀ ਕੇਡਰ ਪੇਪਰ ਸਾਇੰਸ ਦੀ ਪ੍ਰੈਪਰੇਸ਼ਨ ਕਰ ਰਹੇ ਹਾਂ। ਆਪਾਂ ਇੱਕ ਚੈਪਟਰ ਆਲਰੇਡੀ ਅਪਲੋਡ ਕਰ ਚੁੱਕੇ ਹਾਂ। ਆਈ ਹੋਪ ਤੁਹਾਨੂੰ ਸਭ ਨੂੰ ਵੀਡੀਓਜ਼ ਪਸੰਦ ਆ ਰਹੀਆਂ ਹੋਣਗੀਆਂ। ਅਗਰ ਤੁਹਾਡਾ ਕੋਈ ਵੀ ਡਾਊਟ ਹੈ ਜਾਂ ਸਪੀਡ ਰਿਲੇਟਡ ਕੋਈ ਵੀ ਪ੍ਰੋਬਲਮ ਹੈ, ਤੁਸੀਂ ਕਮੈਂਟ ਬਾਕਸ ਦੇ ਵਿੱਚ ਸ਼ੇਅਰ ਕਰ ਸਕਦੇ ਹੋ। ਹਾਂਜੀ, ਆਪਾਂ ਅੱਜ ਨੈਕਸਟ ਪਾਰਟ ਸਟਾਰਟ ਕਰਦੇ ਹਾਂ। ਨੈਕਸਟ ਪਾਰਟ ਆਪਣਾ ਹੈ ਚੈਪਟਰ ਫੋਰਸ ਐਂਡ ਲਾਜ਼ ਆਫ ਮੋਸ਼ਨ। ਟੌਪਿਕ ਹੈ ਇੰਪਲਸ। ਇੰਪਲਸ ਕੀ ਹੁੰਦੀ ਹੈ ਕਿ ਜਦੋਂ ਆਪਾਂ ਕੋਈ ਵੀ ਵੱਧ ਮਾਤਰਾ ਦੇ ਵਿੱਚ ਫੋਰਸ ਲਾਉਣੇ ਆ, ਕੋਈ ਵੀ ਬਲ ਲਾਉਣੇ ਆ, ਉਹਨੂੰ ਆਪਾਂ ਕੀ ਕਹਿੰਦੇ ਆ? ਇੰਪਲਸ ਕਹਿੰਦੇ ਆ। ਠੀਕ ਹੈ। ਇਫ ਅ ਵੈਰੀ ਲਾਰਜ ਕੁਆਂਟਿਟੀ ਆਫ ਫੋਰਸ is applied for a very short interval of time, then the product of force and time called impulse। ਜਦੋਂ ਆਪਾਂ ਕੀ ਕਰਦੇ ਹਾਂ, ਬਹੁਤ ਥੋੜ੍ਹੇ ਸਮੇਂ ਦੇ ਲਈ ਬਹੁਤ ਜ਼ਿਆਦਾ ਫੋਰਸ ਲਗਾ ਦਿੰਦੇ ਹਾਂ, ਟਾਈਮ ਘੱਟ ਹੈ, ਫੋਰਸ ਬਹੁਤ ਜ਼ਿਆਦਾ ਹੈ, ਤਾਂ ਉਹਨੂੰ ਆਪਾਂ ਕੀ ਕਹਿੰਦੇ ਹਾਂ? ਇੰਪਲਸ ਕਹਿੰਦੇ ਹਾਂ। ਠੀਕ ਹੈ ਜੀ। ਇੰਪਲਸ ਦਾ ਤੁਸੀਂ ਨੇ ਰਿਲੇਸ਼ਨ ਯਾਦ ਰੱਖਣਾ ਹੈ। ਇੰਪਲਸ ਕੀ ਹੈ? ਪ੍ਰੋਡਕਟ ਆਫ ਫੋਰਸ ਐਂਡ ਟਾਈਮ। ਸੈਕਿੰਡ ਪੁਆਇੰਟ ਹੈ ਐਸਆਈ ਯੂਨਿਟ ਇਜ਼ kg ਮੀਟਰ ਪਰ ਸੈਕਿੰਡ। kg ਮੀਟਰ ਪਰ ਸੈਕਿੰਡ ਇਹਦੀ ਕੀ ਯੂਨਿਟ ਹੈ। ਆਪਾਂ ਕੁਛ ਇਹਦੇ ਐਗਜ਼ਾਮਪਲਸ ਦੇਖ ਲੈਂਦੇ ਹਾਂ। ਐਗਜ਼ਾਮਪਲਸ ਕੀ ਆ? ਆ ਕ੍ਰਿਕਟਰ ਮੂਵਸ ਹਿਜ਼ ਹੈਂਡਸ ਬੈਕਵਰਡ ਵਾਈਲ ਕੈਚਿੰਗ ਬਾਲ। ਆਪਾਂ ਕੀ ਦੇਖਦੇ ਹਾਂ, ਜੋ ਕ੍ਰਿਕਟ ਵਾਲੇ ਹੁੰਦੇ ਆ, ਕੈਚ ਕਰਦੇ ਆ ਬਾਲ ਨੂੰ। ਠੀਕ ਹੈ। ਉਹ ਕੀ ਕਰਦੇ ਆ? ਆਪਣੇ ਹੈਂਡਸ ਨੂੰ ਲੋਅਰ ਕਰ ਲੈਂਦੇ ਆ, ਨੀਚੇ ਕਰ ਲੈਂਦੇ ਆ ਹੈਂਡਸ ਨੂੰ। ਉਹਦਾ ਕੀ ਹੈ? ਟਾਈਮ ਪੀਰੀਅਡ ਵਧਾ ਦਿੰਦੇ ਆ। ਟਾਈਮ ਪੀਰੀਅਡ ਵਧਾਉਣ ਕਰਕੇ ਕੀ ਹੈ? ਫੋਰਸ ਹੈ ਜਿਹੜੀ ਘੱਟ ਲੱਗਦੀ ਆ ਉਹਨਾਂ ਨੂੰ। ਸੈਕਿੰਡ ਹੈ ਵਹੀਕਲਸ ਲਾਈਕ ਕਾਰ, ਬੱਸਿਸ, ਸਕੂਟਰਸ ਆਰ ਪ੍ਰੋਵਾਈਡਡ ਵਿਦ ਸ਼ੌਕਰਸ। ਉਹਨਾਂ ਦੇ ਵਿੱਚ ਕੀ ਸਪਰਿੰਗ ਲੱਗੇ ਹੁੰਦੇ ਆ, ਸੌਕਰਸ ਲੱਗੇ ਹੁੰਦੇ ਆ, ਜਿਹੜੇ ਕਿ ਉਹਨਾਂ ਨੂੰ ਝਟਕਾ ਦੇਣ ਤੋਂ ਰੋਕਦੇ ਆ। ਠੀਕ ਹੈ। ਕਿ ਇੱਕ ਦੂਜੇ ਵਿੱਚ ਟਕਰਾ ਨਾ ਜਾਣ। ਜਿਵੇਂ ਕਿ ਟ੍ਰੇਨ ਦੀਆਂ ਬੁੱਗੀਜ਼ ਹੁੰਦੀਆਂ ਨੇ, ਉਹਨਾਂ ਦੇ ਵਿੱਚ ਕੀ ਆ? ਸਪਰਿੰਗ ਲੱਗੇ ਹੁੰਦੇ ਨੇ ਤਾਂ ਜੋ ਇੱਕ ਦੂਸਰੇ ਨਾਲ ਟਕਰਾ ਨਾ ਜਾਣ। ਬੁਗੀਜ਼ ਆਫ ਟ੍ਰੇਨ ਪ੍ਰੋਵਾਈਡਡ ਵਿਦ ਬਫਰਸ ਲੱਗੇ ਹੁੰਦੇ ਆ ਟ੍ਰੇਨਸ ਦੇ ਵਿੱਚ। ਨੈਕਸਟ ਜੋ ਆਪਣਾ ਟੌਪਿਕ ਹੈ ਉਹ ਹੈ ਫ੍ਰਿਕਸ਼ਨ, ਯਾਨੀ ਕਿ ਰਗੜ ਬਲ। ਫ੍ਰਿਕਸ਼ਨ ਕੀ ਚੀਜ਼ ਹੈ? ਇਹ ਇੱਕ ਫੋਰਸ ਹੈ, ਵੀ ਇੱਕ ਫੋਰਸ ਹੈ ਜਿਹੜੀ ਹਮੇਸ਼ਾ ਹਰ ਇੱਕ ਆਬਜੈਕਟ 'ਤੇ ਲੱਗਦੀ ਹੈ। ਇਫ ਟੂ ਬੋਡੀਜ਼ ਆਰ ਇਨ ਕੰਟੈਕਟ ਵਿਦ ਈਚ ਅਦਰ, ਦ ਪ੍ਰੋਪਰਟੀ ਬਾਈ ਵਿਚ ਆਫ ਵਿਚ ਆ ਫੋਰਸ ਇਜ਼ ਐਗਜ਼ਰਟਡ ਬਾਈ ਦੈਮ ਐਟ ਦੇਅਰ ਪੁਆਇੰਟ ਆਫ ਕੰਟੈਕਟ। ਜਦੋਂ ਕੋਈ ਵੀ ਦੋ ਚੀਜ਼ਾਂ ਆਪਸ ਵਿੱਚ ਕੰਟੈਕਟ ਦੇ ਵਿੱਚ ਆਉਂਦੀਆਂ ਨੇ ਤਾਂ ਉਹਨਾਂ ਦੇ ਵਿੱਚ ਜਿਹੜੀ ਫੋਰਸ ਲੱਗਦੀ ਹੈ ਉਹ ਕੀ ਹੁੰਦੀ ਹੈ? ਫ੍ਰਿਕਸ਼ਨਲ ਫੋਰਸ ਹੁੰਦੀ ਹੈ, ਰਗੜ ਬਲ। ਅੱਗੇ ਜਾ ਕੇ ਮੈਨੂੰ ਕਨਸੈਪਟ ਕਲੀਅਰ ਹੋ ਜੂ ਕਿ ਰਗੜ ਬਲ ਹੁੰਦਾ ਕੀ ਹੈ ਐਗਜ਼ਾਮਪਲਸ ਦੇ ਨਾਲ। ਦ ਫੋਰਸ ਪ੍ਰੀਵੈਂਟਡ ਆਰ ਬੋਡੀ ਫॉर ਸਲਿਪਿੰਗ ਓਵਰ ਦ ਅਦਰ ਬੋਡੀ ਇਜ਼ ਕਾਲਡ ਫੋਰਸ ਆਫ ਫ੍ਰਿਕਸ਼ਨ। ਇਹ ਫੋਰਸ ਲੱਗਦੀ ਕਿਉਂ ਹੈ? ਫੋਰਸ ਆਫ ਫ੍ਰਿਕਸ਼ਨ ਤਾਂ ਜੋ ਜਦੋਂ ਦੋ ਬੋਡੀਜ਼, ਫੋਰ ਐਗਜ਼ਾਮਪਲ ਆਪਣੇ ਹੈਂਡਸ ਨੇ, ਜਿਵੇਂ ਆਪਾਂ ਦੋਨੇ ਹੈਂਡਸ ਨੂੰ ਰਬ ਕਰਦੇ ਹਾਂ, ਆਪਣੇ ਹੱਥਾਂ ਨੂੰ ਦੋਨਾਂ ਨੂੰ ਰਗੜਦੇ ਹਾਂ ਆਪਸ ਦੇ ਵਿੱਚ, ਤਾਂ ਉਹਨਾਂ ਦੇ ਵਿੱਚ ਕਿਹੜੀ ਫੋਰਸ ਪੈਦਾ ਹੁੰਦੀ ਹੈ? ਫ੍ਰਿਕਸ਼ਨਲ ਫੋਰਸ। ਠੀਕ ਹੈ। ਜਦੋਂ ਕੋਈ ਵੀ ਫੋਰਸ ਲੱਗਦੀ ਹੈ, ਕੋਈ ਵੀ ਬਲ ਲੱਗਦੀ ਆ, ਤਾਂ ਕੋਈ ਵਰਕ ਡਨ ਹੁੰਦਾ, ਜਿਵੇਂ ਆਪਣੇ ਹੱਥ ਗਰਮ ਹੋ ਜਾਂਦੇ ਆ, ਇਸੇ ਤਰ੍ਹਾਂ ਨਾਲ ਫ੍ਰਿਕਸ਼ਨਲ ਫੋਰਸ ਐਕਟ ਕਰ ਰਹੀ ਆ ਉੱਥੇ। ਅਤੇ ਇਹ ਫੋਰਸ ਕੀ ਕਰਦੀ ਹੈ? ਇੱਕ ਚੀਜ਼ ਨੂੰ ਦੂਸਰੀ ਦੇ ਉੱਪਰ ਸਲਿੱਪ ਹੋਣ ਤੋਂ ਰੋਕਦੀ ਹੈ। ਜਿਸ ਤਰ੍ਹਾਂ ਕੋਈ ਫਰਸ਼ ਵਗੈਰਾ ਦੇ ਉੱਪਰ ਆਪਾਂ ਚੱਲਦੇ ਹਾਂ, ਉਹ ਬਹੁਤ ਸਲਿਪਰੀ ਨੇਚਰ ਦਾ ਹੁੰਦਾ ਹੈ, ਤਾਂ ਉੱਥੇ ਆਪਣੇ ਪੈਰਾਂ ਦੇ ਵਿੱਚ ਅਤੇ ਜਿਹੜਾ ਉਹ ਸਰਫੇਸ ਹੈ ਫਰਸ਼ ਦਾ, ਉਹਦੇ ਵਿੱਚ ਕਿਹੜੀ ਫੋਰਸ ਐਕਟ ਕਰਦੀ ਹੈ? ਫ੍ਰਿਕਸ਼ਨਲ ਫੋਰਸ। ਜਿਹੜਾ ਜ਼ਿਆਦਾ ਖੁਰਦਰਾ ਹੁੰਦਾ ਉਹਦੇ ਵਿੱਚ ਫ੍ਰਿਕਸ਼ਨਲ ਫੋਰਸ ਜ਼ਿਆਦਾ ਹੁੰਦੀ ਹੈ, ਜਿਹੜਾ ਕੀ ਹੈ ਜ਼ਿਆਦਾ ਸਮੂਥ ਹੁੰਦਾ ਉਹਦੇ ਵਿੱਚ ਰਗੜ ਬਲ ਕੀ ਹੈ? ਘੱਟ ਹੁੰਦਾ, ਜਿਹੜਾ ਸੌਫਟ ਸਰਫੇਸ ਹੁੰਦਾ। ਫੋਰਸ ਆਫ ਫ੍ਰਿਕਸ਼ਨ ਆਲਵੇਜ਼ ਅਪੋਜ਼ ਦਾ ਰਿਲੇਟਿਵ ਮੋਸ਼ਨ ਆਫ ਦਾ ਮੋਸ਼ਨ ਬਿਟਵੀਨ ਸਰਫੇਸ ਆਫ ਕੰਟੈਕਟ। ਇਹ ਜਿਹੜਾ ਫ੍ਰਿਕਸ਼ਨ ਹੈ ਉਹ ਕੀ ਕਰਦਾ ਹੈ? ਜਿਹੜੀ ਵੀ ਦੋ ਕੰਟੈਕਟ ਨੇ, ਜਿਵੇਂ ਆਪਣਾ ਪੈਰ ਆ ਅਤੇ ਆਪਣਾ ਜਿਹੜਾ ਸਰਫੇਸ ਆ, ਧਰਤੀ ਹੈ, ਉਹਦੇ ਵਿਚਕਾਰ ਜਿਹੜਾ ਕੰਟੈਕਟ ਹੋ ਰਿਹਾ ਉਹਨੂੰ ਕੀ ਅਪੋਜ਼ ਕਰਦਾ, ਉਹਨੂੰ ਕੀ ਰੋਕਦਾ, ਘਟਾ ਦਿੰਦਾ। ਠੀਕ ਹੈ। ਜਿਸ ਤਰ੍ਹਾਂ ਨਾਲ ਕਿ ਕੋਈ ਵਹੀਕਲ ਜਾ ਰਿਹਾ, ਕੋਈ ਕਾਰ ਵਗੈਰਾ ਜਾ ਰਹੀ ਆ, ਆਪਾਂ ਕੀ ਕਰਦੇ ਹਾਂ? ਬ੍ਰੇਕ ਲਗਾ ਦਿੰਦੇ ਹਾਂ। ਬ੍ਰੇਕ ਲਗਾ ਕੇ ਆਪਾਂ ਨੇ ਕੀ ਕੀਤਾ? ਉਹਦੇ ਵਿੱਚ ਫ੍ਰਿਕਸ਼ਨ ਫੋਰਸ ਪੈਦਾ ਕੀਤੀ। ਜਿਹੜੀ ਸੜਕ ਸੀ ਅਤੇ ਜਿਹੜੇ ਵਹੀਕਲ ਦੇ ਟਾਇਰ ਸੀਗੇ, ਉਹਨਾਂ ਦੇ ਵਿੱਚ ਕਿਹੜੀ ਫੋਰਸ ਪੈਦਾ ਹੋਈ? ਫ੍ਰਿਕਸ਼ਨਲ ਫੋਰਸ। ਫ੍ਰਿਕਸ਼ਨਲ ਫੋਰਸ ਪੈਦਾ ਹੋਈ, ਜਿਹਦੇ ਕਰਕੇ ਕਿ ਉਹ ਚੀਜ਼ ਸਟੋਪ ਕਰਦੀ। ਇਹ ਹਮੇਸ਼ਾ ਕੀ ਆ? ਅਪੋਜ਼ਿਟ ਡਾਇਰੈਕਸ਼ਨ ਦੇ ਵਿੱਚ, ਕਿ ਜੇ ਚੀਜ਼ ਇੱਧਰ ਨੂੰ ਮੂਵ ਕਰ ਰਹੀ ਆ ਤਾਂ ਇਹ ਫੋਰਸ ਅਪੋਜ਼ਿਟ, ਉਲਟੀ ਦਿਸ਼ਾ ਦੇ ਵਿੱਚ ਲੱਗਦੀ ਹੈ, ਤਾਂ ਜੋ ਚੀਜ਼ ਨੂੰ ਸਟੋਪ ਕਰ ਸਕੇ, ਰੋਕ ਸਕੇ, ਜਾਂ ਉਹਦੀ ਗਤੀ ਨੂੰ ਕੀ ਆ? ਘੱਟ ਕਰ ਸਕੇ। ਆਪਣੇ ਕੋਲ ਫ੍ਰਿਕਸ਼ਨਲ ਫੋਰਸ ਦੀਆਂ ਕੁਛ ਟਾਈਪਸ ਨੇਗੀਆਂ, ਜਿਹਦੇ ਵਿੱਚ ਕੀ ਹੈ ਕਿ ਫ੍ਰਿਕਸ਼ਨਲ ਫੋਰਸ ਹੈ ਜਿਹੜੀ ਕਿੰਨੇ ਤਰ੍ਹਾਂ ਦੀ ਹੁੰਦੀ ਹੈ। ਫਸਟ ਆਪਣੇ ਕੋਲ ਹੈਗਾ ਸਟੇਟਿਕ ਫ੍ਰਿਕਸ਼ਨ। ਸਟੇਟਿਕ ਦਾ ਮਤਲਬ ਵੀ ਆਪਾਂ ਨੂੰ ਪਤਾ ਹੈ ਕਿ ਜਦੋਂ ਕੋਈ ਚੀਜ਼ ਖੜੀ ਹੋਵੇ, ਰੈਸਟ ਪੋਜੀਸ਼ਨ ਦੇ ਵਿੱਚ ਹੋਵੇ, ਉਹਨੂੰ ਆਪਾਂ ਕਹਿੰਦੇ ਹਾਂ ਵੀ ਸਟੇਟਿਕ ਹੈ। ਤਾਂ ਖੜੀ ਹੋਈ ਚੀਜ਼ ਦੇ ਉੱਪਰ ਜਿਹੜੀ ਫ੍ਰਿਕਸ਼ਨ ਲੱਗਦੀ ਹੈ, ਰੁਕਾਵਟ ਪੈਦਾ ਹੁੰਦੀ ਹੈ, ਉਹ ਕਿਸ ਤਰ੍ਹਾਂ ਨਾਲ ਹੁੰਦੀ ਹੈ? ਦ ਅਪੋਜ਼ਿੰਗ ਫੋਰਸ that comes into play when one body tends to move over the surface of the another body but the actual motion has yet not started। ਕਿ ਕੋਈ ਜਿਸ ਤਰ੍ਹਾਂ ਕੋਈ ਟੇਬਲ ਹੈ, ਉਹਦੇ ਉੱਪਰ ਕੀ ਹੈ? ਕੋਈ ਬੁੱਕ ਪਈ ਆ, ਉਹ ਕੀ ਰੈਸਟ ਪੋਜੀਸ਼ਨ ਦੇ ਵਿੱਚ ਖੜੀ ਹੈ, ਕੋਈ ਵੀ ਮੋਸ਼ਨ ਨਹੀਂ ਹੋ ਰਿਹਾ, ਤਾਂ ਇਹ ਬੁੱਕ ਅਤੇ ਜਿਹੜਾ ਆਪਣੇ ਕੋਲ ਟੇਬਲ ਹੈ, ਇਹਨਾਂ ਦੇ ਵਿੱਚ ਵੀ ਕੀ ਹੈ? ਕੰਟੈਕਟ ਆਪਸ ਦੇ ਵਿੱਚ। ਤਾਂ ਇਸ ਕੰਟੈਕਟ ਪੁਆਇੰਟ 'ਤੇ ਕਿਹੜੀ ਫੋਰਸ ਲੱਗ ਰਹੀ ਹੈ?
ਫ੍ਰਿਕਸ਼ਨਲ ਰਗੜ ਬਲ, ਜਿਹਨੇ ਕੀ ਹੈ ਇਹਨੂੰ ਇੱਥੇ ਖੜਾ ਕਰਕੇ ਰੱਖਿਆ ਹੋਇਆ ਗਾ, ਉਹ ਫੋਰਸ ਕਿਹੜੀ ਹੈ? ਫ੍ਰਿਕਸ਼ਨਲ ਫੋਰਸ। ਨੈਕਸਟ ਆਪਣੇ ਕੋਲ ਹੈਗਾ ਸਟੈਟਿਕ ਫ੍ਰਿਕਸ਼ਨ। ਕੀ ਹੈ? ਸੈਲਫ ਐਡਜਸਟਿੰਗ ਫੋਰਸ ਹੈ। ਇਟ ਐਡਜਸਟ ਇਟ ਸੈਲਫ ਸੋ ਦੈਟ ਇਟ ਬਿਕਮ ਇਕੁਅਲ ਟੂ ਅਪਲਾਈਡ ਫੋਰਸ। ਕਿ ਸਰਫੇਸ ਨਾਲ ਉਹ ਚੀਜ਼ ਐਵੇਂ ਬਣੀ ਹੋਈ ਹੈ ਕਿ ਜਦੋਂ ਆਪਾਂ ਫੋਰਸ ਲਗਾਉਂਦੇ ਹਾਂ ਤਾਂ ਫ੍ਰਿਕਸ਼ਨਲ ਫੋਰਸ ਵੀ ਇੰਨੀ ਆ, ਉਹਨੂੰ ਕੀ ਹੈ? ਗਤੀ ਵਿੱਚ ਜਾਣ ਤੋਂ ਰੋਕਦੀ ਆ। ਇਹ ਸੈਲਫ ਐਡਜਸਟਿੰਗ ਹੈ, ਖੁਦ ਐਡਜਸਟ ਕਰ ਲੈਂਦੀ ਆ ਕਿ ਉਹਨੂੰ ਕੀ ਹੈ? ਗਤੀ ਵਿੱਚ ਜਾਣ ਤੋਂ ਰੋਕਦੀ ਹੈ। ਇਹਦੇ ਐਗਜ਼ਾਮਪਲਸ ਕੀ ਨੇ? ਕਿ ਆਪਾਂ ਪੇਪਰ ਰੱਖਿਆ ਹੋਇਆ ਟੇਬਲ 'ਤੇ, ਉਹ ਉੱਥੇ ਹੀ ਪਿਆ ਰਹਿੰਦਾ ਜਿੰਨਾ ਟਾਈਮ ਆਪਾਂ ਕੋਈ ਐਕਸਟਰਨਲ ਜ਼ਿਆਦਾ ਹਾਈ ਫੋਰਸ ਨਹੀਂ ਲਾਉਂਦੇ। ਫਿਰ ਕੀ ਹੈ? ਟੋਵਲ ਜੇ ਆਪਾਂ ਟੰਗਿਆ ਹੋਇਆ ਤਾਂ ਉੱਥੇ ਹੀ ਟੰਗਿਆ ਰਹੂਗਾ ਜਿੰਨਾ ਟਾਈਮ ਆਪਾਂ ਕੋਈ ਫੋਰਸ ਲਾ ਕੇ ਉਹਨੂੰ ਮੂਵ ਨਹੀਂ ਕਰਵਾਉਂਦੇ। ਇਸੇ ਤਰ੍ਹਾਂ ਨਾਲ ਹੈ ਕਿ ਆਪਣੇ ਕੋਲ ਲਿਮਿਟਿੰਗ ਫ੍ਰਿਕਸ਼ਨ। ਲਿਮਿਟਿੰਗ ਕਿ ਆਪਾਂ ਥੋੜ੍ਹੀ ਜਿਹੀ ਫੋਰਸ ਲੱਗੀ ਉਹਦੇ ਉੱਪਰ, ਪਰ ਚੀਜ਼ ਆ ਜਿਹੜੀ ਉਹ ਗਤੀ ਦੇ ਵਿੱਚ ਨਹੀਂ, ਜਸਟ ਗਤੀ ਦੇ ਵਿੱਚ ਆਉਣ ਵਾਲੀ ਆ। ਕਿ ਗਤੀ ਦੇ ਵਿੱਚ ਆਉਣ ਤੋਂ 1 ਸੈਕਿੰਡ ਪਹਿਲਾਂ, ਜਸਟ ਥੋੜ੍ਹਾ ਟਾਈਮ ਪਹਿਲਾਂ ਆਪਾਂ ਨੇ ਜਿਹੜੀ ਫੋਰਸ ਲਗਾਈ ਆ, ਉਹ ਕੀ ਹੈ? ਜਿਹੜੀ ਫੋਰਸ ਉਹਨੂੰ ਮੂਵ ਕਰਨ ਤੋਂ ਰੋਕਦੀ। ਜਿਸ ਤਰ੍ਹਾਂ ਨਾਲ ਕਿ ਆਪਾਂ ਕਹੀਏ ਮੈਕਸੀਮਮ ਸਟੈਟਿਕ ਫੋਰਸ, ਕਿ ਸਭ ਤੋਂ ਜ਼ਿਆਦਾ ਫੋਰਸ ਸੀ ਖੜੀ ਚੀਜ਼ ਦੇ ਵਿੱਚ, ਸਭ ਤੋਂ ਵੱਧ ਫੋਰਸ ਸੀ ਉਦੋਂ ਜਦੋਂ ਆਪਾਂ ਕਿਹਨੂੰ ਮੂਵ ਕਰਵਾਉਣ ਵਾਲੇ ਸੀ, ਜਸਟ ਆਪਾਂ ਉਹਨੂੰ ਮੋਸ਼ਨ 'ਚ ਲੈ ਕੇ ਆਉਣ ਵਾਲੇ ਸੀ ਉਹਦੇ ਸਰਫੇਸ ਤੋਂ। ਉਹਨੂੰ ਕੀ ਕਹਿੰਦੇ ਆਪਾਂ? ਲਿਮਿਟਿੰਗ ਫ੍ਰਿਕਸ਼ਨ। ਕਿ ਇੰਨੀ ਕੁ ਫ੍ਰਿਕਸ਼ਨ ਵੱਧ ਲਗਾਤੀ ਆਪਾਂ ਨੇ ਵੀ ਉਹਨੇ ਸਟੈਟਿਕ ਫ੍ਰਿਕਸ਼ਨ ਨੂੰ ਖਤਮ ਕਰ ਦਿੱਤਾ। ਠੀਕ ਹੈ। ਲਿਮਿਟਿੰਗ ਫ੍ਰਿਕਸ਼ਨ ਦਾ ਕੀ ਫਾਰਮੂਲਾ ਹੈਗਾ? ਮਿਊ ਐਸ। ਮਿਊ ਕੀ ਹੈ? ਕੋਐਫੀਸ਼ੀਐਂਟ ਆਫ ਫ੍ਰਿਕਸ਼ਨ, ਇਹਨੂੰ ਬੋਲਦੇ ਆ ਮਿਊ। ਮਿਊ ਬੋਲਦੇ ਆ। ਮਿਊ ਕੀ ਹੁੰਦਾ? ਕੋਐਫੀਸ਼ੀਐਂਟ ਆਫ ਫ੍ਰਿਕਸ਼ਨ। ਇਹਦਾ ਆਪਾਂ ਨੇ ਆਹ ਵਾਲਾ ਫਾਰਮੂਲਾ ਯਾਦ ਰੱਖਣਾ ਹੈ, R = ਮਿਊ ਐਮ ਜੀ। ਇਹਦੇ ਵਿੱਚ R ਕੀ ਹੈ? ਕੋਈ ਆਹ ਬੋਡੀ ਹੈ, ਇਹਦੇ ਉੱਪਰ ਜਿਹੜੀ ਪਰਪੈਂਡੀਕੂਲਰ ਫੋਰਸ ਲੱਗ ਰਹੀ ਹੈ ਲੰਬ ਦੇ ਵਿੱਚ 90 ਡਿਗਰੀ 'ਤੇ, ਉਹ ਕੀ ਹੈ? R ਹੈ, ਜਿਹਨੂੰ ਆਪਾਂ ਨੋਰਮਲ ਵੀ ਕਹਿੰਦੇ ਹਾਂ। ਮਿਊ ਕੀ ਹੈ? ਕੋਐਫੀਸ਼ੀਐਂਟ ਆਫ ਫੋਰਸ। M ਕੀ ਹੈ? ਮਾਸ ਪੁੰਜ, ਯਾਨੀ ਕਿ G ਕੀ ਹੈ? ਗ੍ਰੈਵਿਟੀ। G ਕੀ ਹੈ? ਗੁਰਤਵਾਕਰਸ਼ਣ, ਗ੍ਰੈਵਿਟੀ। ਇਹਦੀਆਂ ਐਗਜ਼ਾਮਪਲਸ ਦੇਖ ਲੈਂਦੇ ਆਪਾਂ। ਵੈਨ ਵੀ ਵਾਕ ਔਨ ਦਾ ਰੋਡ, ਜਦੋਂ ਆਪਾਂ ਕੀ ਰੋਡ ਦੇ ਉੱਪਰ ਚੱਲ ਰਹੇ ਹੁੰਦੇ ਹਾਂ, ਆਪਾਂ ਇੱਕ ਜਗ੍ਹਾ 'ਤੇ ਖੜ੍ਹੇ ਹਾਂ ਤਾਂ ਆਪਣੇ ਕੋਲ ਕਿਹੜੀ ਆ? ਸਟੈਟਿਕ ਫ੍ਰਿਕਸ਼ਨ। ਸਟੈਟਿਕ ਖੜੀ ਅਵਸਥਾ ਵਿੱਚ ਆਪਾਂ ਨੇ ਕੀਤਾ ਥੋੜ੍ਹੀ ਜਿਹੀ ਕੀ ਫੋਰਸ ਹੋਰ ਲਗਾਈ, ਆਪਾਂ ਅੱਗੇ ਨੂੰ ਮੂਵ ਕਰ ਗਏ, ਅੱਗੇ ਨੂੰ ਚਲੇ ਗਏ ਤਾਂ ਕਿਹੜੀ ਹੈਗੀ? ਲਿਮਿਟਿੰਗ ਫ੍ਰਿਕਸ਼ਨ। ਕਿ ਆਪਾਂ ਨੇ ਸਟੈਟਿਕ ਫ੍ਰਿਕਸ਼ਨ ਨੂੰ ਤੋੜ ਕੇ ਅਗਲੀ ਵਾਲੀ ਫ੍ਰਿਕਸ਼ਨ ਦੇ ਵਿੱਚ ਚਲੇ ਗਏ ਆਪਾਂ। ਮੂਵਿੰਗ ਔਨ ਦਾ ਆਬਜੈਕਟ ਔਨ ਦਾ ਗਰਾਊਂਡ, ਕੋਈ ਵੀ ਚੀਜ਼ ਜਿਹੜੀ ਗਰਾਊਂਡ ਦੇ ਉੱਪਰ ਮੂਵ ਕਰ ਰਹੀ ਹੈ। ਫ੍ਰਿਕਸ਼ਨ ਫੋਰਸ ਬਾਏ ਪੈਨ ਔਨ ਦਾ ਪੇਜ, ਕਿ ਪੈਨ ਦੇ ਨਾਲ ਜਿਹੜੀ ਆਪਾਂ ਪੇਜ ਦੇ ਉੱਪਰ ਫ੍ਰਿਕਸ਼ਨ ਲਗਾ ਰਹੇ ਹਾਂ, ਲਿਖਿਆ ਜਾ ਰਿਹਾ, ਉਹ ਵੀ ਕੀ ਇੱਕ ਫ੍ਰਿਕਸ਼ਨ ਹੀ ਆ, ਜਿਹੜੀ ਕਿ ਲਿਮਿਟਿੰਗ ਫ੍ਰਿਕਸ਼ਨ। ਕਾਇਨੈਟਿਕ ਫ੍ਰਿਕਸ਼ਨ ਕੀ ਚੀਜ਼ ਹੈ? The opposing force that comes into play when one body actually moves over the surface of the another। ਇਹ ਕਦੋਂ ਹੁੰਦੀ ਹੈ? ਕਿ ਜਦੋਂ ਇੱਕ ਬੋਡੀ ਦੂਸਰੀ ਬੋਡੀ ਦੇ ਸਰਫੇਸ ਦੇ ਉੱਪਰ ਸੱਚਮੁੱਚ ਹੀ ਜਿਹੜੀ ਮੂਵ ਕਰਦੀ ਹੈ, ਐਕਚੁਅਲ ਦੇ ਵਿੱਚ ਜਾਂਦੀ ਆ, ਉਹਨੂੰ ਕਹਿੰਦੇ ਆਪਾਂ ਕਿਨੈਟਿਕ ਫ੍ਰਿਕਸ਼ਨ, ਕਿ ਮੂਵ ਕਰ ਰਹੀ ਹੈ ਚੀਜ਼। ਐਗਜ਼ਾਮਪਲ ਦੇ ਥਰੂ ਦੇਖਦੇ ਹਾਂ। ਆ ਮੈਨ ਰਨਿੰਗ ਇਨ ਆ 100 ਮੀਟਰ ਰੇਸ, ਕਿ ਜਿਹੜਾ ਕੋਈ ਵੀ ਵਿਅਕਤੀ ਆ ਉਹ ਕੀ 100 ਮੀਟਰ ਰੇਸ ਜਿਹੜੀ ਲਗਾ ਰਹੇ ਆ, ਉਹ ਕੀ ਮੂਵ ਕਰ ਰਹੇ ਆ ਕਿਸੇ ਸਰਫੇਸ ਦੇ ਉੱਪਰ। ਆ ਮੂਵਿੰਗ ਸਨੇਕ, ਕੋਈ ਸਨੇਕ ਮੂਵ ਕਰ ਰਿਹਾ ਕਿਸੇ ਸਰਫੇਸ ਦੇ ਉੱਪਰ, ਉਹ ਵੀ ਕਿ ਕਿਨੈਟਿਕ ਗਤੀ ਦੇ ਵਿੱਚ ਹੈ ਇਹ। ਸਲਾਈਡਿੰਗ ਡਾਊਨ ਆ ਕਿਡ ਸਲਾਈਡਸ, ਜੋ ਬੱਚਿਆਂ ਦੇ ਝੂਲੇ ਹੁੰਦੇ ਨੇ ਜਿਹਦੇ ਵਿੱਚ ਉਹ ਸਲਿੱਪ ਕਰਦੇ ਆ ਨੀਚੇ ਨੂੰ, ਉਹ ਵੀ ਕੀ ਹੈ? ਕਿਨੈਟਿਕ ਫ੍ਰਿਕਸ਼ਨ ਦੀ ਐਗਜ਼ਾਮਪਲ ਹੈ। ਨੈਕਸਟ ਆਪਣੇ ਕੋਲ ਹੈਗਾ ਸਲਾਈਡਿੰਗ ਫ੍ਰਿਕਸ਼ਨ। ਸਲਾਈਡਿੰਗ ਫ੍ਰਿਕਸ਼ਨ ਕੀ ਚੀਜ਼ ਹੈ? ਇਟ ਕਮਜ਼ ਇਨ ਟੂ ਪਲੇ ਵੈਨ ਵਨ ਬੋਡੀ ਸਲਾਈਡਸ ਓਵਰ ਦਾ ਅਦਰ ਸਰਫੇਸ ਅਨਦਰ ਬੋਡੀ। ਕਿਸੇ ਇੱਕ ਬੋਡੀ ਦੇ ਸਰਫੇਸ 'ਤੇ ਕੋਈ ਦੂਸਰੀ ਬੋਡੀ ਹੈ ਜਿਹੜੀ ਮੂਵ ਕਰੇ, ਉਹਨੂੰ ਕੀ ਕਹਿੰਦੇ ਆਪਾਂ? ਸਲਾਈਡਿੰਗ ਫ੍ਰਿਕਸ਼ਨ। ਕਿ ਸਲਾਈਡ ਕਰ ਗਈ ਚੀਜ਼ ਕਿਸ ਤਰ੍ਹਾਂ ਨਾਲ? ਜਿਵੇਂ ਆਪਾਂ ਕੀ ਆਪਣੇ ਹੈਂਡਸ, ਇੱਕ ਹੈਂਡ ਦੂਜੇ ਉੱਪਰ ਕੀ ਸਲਾਈਡ ਕਰ ਰਹੇ ਆ, ਇੱਕ ਹੈਂਡ ਜਿਹੜਾ ਆਪਾਂ ਜਦੋਂ ਹੈਂਡਸ ਰਬ ਕਰਦੇ ਹਾਂ, ਇੱਕ ਹੈਂਡ ਆ ਜਿਹੜਾ ਦੂਸਰੇ ਹੈਂਡ 'ਤੇ ਸਲਾਈਡ ਕਰ ਰਿਹਾ, ਉਹਨੂੰ ਕਹਿੰਦੇ ਆ ਸਲਾਈਡਿੰਗ ਫ੍ਰਿਕਸ਼ਨ। ਜਿਸ ਤਰ੍ਹਾਂ ਕਿ ਆ ਕਾਰ ਸਲਾਈਡਿੰਗ ਔਨ ਆਈਸ ਦੇ ਉੱਪਰ, ਬਰਫ਼ ਦੇ ਉੱਪਰ ਕੋਈ ਕਾਰ ਆ ਜਿਹੜੀ ਚੱਲ ਰਹੀ ਹੋਵੇ, ਜਾਂ ਸਕੈਟਿੰਗ ਕਰ ਰਹੇ ਹੋਣ, ਜਾਂ ਫਿਰ ਆਪਾਂ ਕੀ ਆ ਕੋਈ ਖਿੜਕੀ ਨੂੰ ਓਪਨ ਕਰਦੇ ਹਾਂ, ਇਹ ਸਾਰੇ ਕਿਹਦੇ ਨੇ? ਸਲਾਈਡਿੰਗ ਫ੍ਰਿਕਸ਼ਨ ਦੇ ਐਗਜ਼ਾਮਪਲਸ ਨੇ। ਜਿੰਨੇ ਵੀ ਤਰ੍ਹਾਂ ਦੇ ਇਮੋਸ਼ਨਸ ਨੇ ਜਿਨ੍ਹਾਂ ਦੇ ਵਿੱਚ ਦੋ ਚੀਜ਼ਾਂ ਦੇ ਵਿੱਚ ਆਪਸ 'ਚ ਕੰਟੈਕਟ ਹੁੰਦਾ, ਉਹ ਸਾਰੇ ਕੀ ਹੁੰਦੇ ਨੇ? ਫ੍ਰਿਕਸ਼ਨ ਦੇ ਐਗਜ਼ਾਮਪਲ ਹੁੰਦੇ ਆ। ਨੈਕਸਟ ਆਪਣੇ ਕੋਲ ਹੈ ਰੋਲਿੰਗ ਫ੍ਰਿਕਸ਼ਨ। ਇਟ ਕਮਜ਼ ਇਨ ਟੂ ਪਲੇ ਵੈਨ ਵਨ ਬੋਡੀ ਰੋਲਸ ਓਵਰ ਦਾ ਅਦਰ। ਰੋਲ ਮਤਲਬ ਕਿ ਮੂਵ ਕਰ ਕਰਕੇ ਜਾਣਾ, ਘੁੰਮ ਕੇ ਜਾਣਾ ਕਹਿ ਸਕਦੇ ਆਪਾਂ, ਮੂਵ ਕਰ ਕਰਕੇ ਜਾਣਾ। ਜਿਸ ਤਰ੍ਹਾਂ ਕਿ ਆਪਣੇ ਕੋਲ ਵੀਲਸ, ਕਿਸੇ ਵੀ ਚੀਜ਼ ਦੇ ਟਾਇਰ ਨੇ ਜਿਹੜੇ ਘੁੰਮਦੇ ਆ, ਉਹ ਕਿਹੜਾ ਫ੍ਰਿਕਸ਼ਨ ਕਰਦੇ ਆ? ਰੋਲਿੰਗ। ਕਿਸੇ ਵੀ ਸੜਕ ਦੇ ਵਿੱਚ ਤੇ ਟਾਇਰਾਂ ਦੇ ਵਿੱਚ ਕਿਹੜੀ ਫ੍ਰਿਕਸ਼ਨ ਪੈਦਾ ਹੁੰਦੀ ਹੈ? ਰੋਲਿੰਗ ਫ੍ਰਿਕਸ਼ਨ। ਪੁਸ਼ਿੰਗ ਅ ਬਾਕਸ ਅਕਰੋਸ ਦਾ ਟੇਬਲ, ਕੋਈ ਬਾਕਸ ਹੈ ਉਹਨੂੰ ਆਪਾਂ ਟੇਬਲ ਦੇ ਉੱਪਰ ਅੱਗੇ ਲੈ ਕੇ ਜਾ ਰਹੇ ਹਾਂ, ਉਹ ਵੀ ਕੀ ਹੈ? ਰੋਲਿੰਗ ਫ੍ਰਿਕਸ਼ਨ ਹੈ। ਟਰੱਕਾਂ ਦੇ ਟਾਇਰ, ਬੱਸਿਸ ਦੇ ਟਾਇਰ, ਇਹ ਸਾਰੇ ਕੀ ਨੇ? ਰੋਲਿੰਗ ਫ੍ਰਿਕਸ਼ਨ ਦੇ ਐਗਜ਼ਾਮਪਲਸ ਨੇ। ਨੈਕਸਟ ਆਪਣੇ ਕੋਲ ਹੈ ਕੋਐਫੀਸ਼ੀਐਂਟ ਆਫ ਫ੍ਰਿਕਸ਼ਨ।
ਇਹ ਕੀ ਹੈ, ਸਿਰਫ ਇੱਕ ਰੇਸ਼ੋ ਹੈ, ਮੈਥੀਮੈਟੀਕਲ ਕੁਆਂਟਿਟੀ ਹੈ ਜਿਹੜੀ ਤੁਸੀਂ ਯਾਦ ਕਰਨੀ ਹੈ। ਰੇਸ਼ੋ ਕਿਹਦੇ ਵਿੱਚ ਹੈ, ਫੋਰਸ ਆਫ ਫ੍ਰਿਕਸ਼ਨ ਦੇ ਵਿੱਚ ਤੇ ਨਾਰਮਲ ਰਿਐਕਸ਼ਨ। ਜਿਸ ਤਰ੍ਹਾਂ ਆਪਣੇ ਕੋਲ ਆਹ ਵਾਲਾ ਇੱਕ ਬਾਕਸ ਹੈ, ਬਾਕਸ ਦੇ ਉੱਪਰ 90 ਡਿਗਰੀ ਤੇ ਇੱਕ ਨਾਰਮਲ ਰਿਐਕਸ਼ਨ ਲੱਗ ਰਿਹਾ ਹੈ ਤੇ ਸਾਈਡ ਤੋਂ 90 ਡਿਗਰੀ ਤੇ ਕੀ ਲੱਗ ਰਿਹਾ ਹੈ, ਬਲ ਲੱਗ ਰਿਹਾ, ਫੋਰਸ। ਤਾਂ ਇਹਨਾਂ ਦੋਨਾਂ ਦੇ ਵਿੱਚ ਜਿਹੜਾ ਰਿਲੇਸ਼ਨ ਹੈ, ਇਹਨਾਂ ਦੀ ਰੇਸ਼ੋ ਹੈ ਮਿਊ, ਇਹ ਕੀ ਹੁੰਦਾ, ਕੋਫੀਸ਼ੀਐਂਟ ਆਫ ਫ੍ਰਿਕਸ਼ਨ, ਬਰਾਬਰ ਕਾਹਦੇ, ਫੋਰਸ ਅਪੋਨ ਆਰ। ਆਰ ਕੀ ਹੈ, ਨਾਰਮਲ ਰਿਐਕਸ਼ਨ ਹੋ ਰਿਹਾ, ਜਿਹੜਾ ਨਾਰਮਲ ਫੋਰਸ ਲੱਗ ਰਹੀ ਹੈ। ਕਲੀਅਰ। ਨੈਕਸਟ ਤੁਸੀਂ ਇੰਪੋਰਟੈਂਟ ਪੁਆਇੰਟ ਯਾਦ ਰੱਖਣਾ ਹੈ, ਰੋਲਿੰਗ ਫ੍ਰਿਕਸ਼ਨ ਹੈ ਜਿਹੜੀ ਹਮੇਸ਼ਾ ਕੀ ਹੈ, ਲੈਸ ਹੁੰਦੀ ਹੈ ਸਟੇਟਿਕ ਫ੍ਰਿਕਸ਼ਨ ਤੋਂ, ਸਲਾਈਡਿੰਗ ਫ੍ਰਿਕਸ਼ਨ ਤੋਂ। ਇਹ ਐਗਜ਼ਾਮਪਲ ਤੁਹਾਨੂੰ ਪੁੱਛ ਸਕਦੇ ਨੇ, MCQ ਪੁੱਛ ਸਕਦੇ ਆ ਕਿ ਕਿਹੜੀ ਫ੍ਰਿਕਸ਼ਨ ਹੈ ਜਿਹੜੀ ਜ਼ਿਆਦਾ ਹੁੰਦੀ ਹੈ, ਕਿਹੜੀ ਘੱਟ ਹੁੰਦੀ ਹੈ। ਰੋਲਿੰਗ ਫ੍ਰਿਕਸ਼ਨ ਹੈ ਜਿਹੜੀ ਆਲਵੇਜ਼ ਲੈਸ ਹੁੰਦੀ ਹੈ ਸਲਾਈਡਿੰਗ ਫ੍ਰਿਕਸ਼ਨ ਤੋਂ। ਇਹਨਾਂ ਤੋਂ ਵੀ ਜ਼ਿਆਦਾ ਕਿਹੜੀ ਹੁੰਦੀ ਹੈ, ਸਟੇਟਿਕ ਹੈ ਜਿਹੜੀ ਸਭ ਤੋਂ ਜ਼ਿਆਦਾ ਹੁੰਦੀ ਹੈ, ਦੈਨ ਸਲਾਈਡਿੰਗ, ਦੈਨ ਰੋਲਿੰਗ। ਕਿਉਂਕਿ ਚੀਜ਼ ਹੈ ਜਿਹੜੀ ਰੋਲ ਕਰਦੇ ਸਮੇਂ ਨੀਚੇ ਜਲਦੀ ਆ ਜਾਂਦੀ ਹੈ, ਸਲਾਈਡ ਆਪਾਂ ਇੱਕ ਸਰਫੇਸ ਦੇ ਉੱਪਰ ਖਿੱਚ ਕੇ ਲੈ ਕੇ ਜਾ ਰਹੇ ਹਾਂ, ਸਟੇਟਿਕ ਇੱਕ ਜਗ੍ਹਾ 'ਤੇ ਖੜੀ ਆ, ਉਹਦੀ ਫ੍ਰਿਕਸ਼ਨ ਸਭ ਤੋਂ ਜ਼ਿਆਦਾ ਹੁੰਦੀ ਹੈ। ਨੈਕਸਟ ਆਪਣੇ ਕੋਲ ਹੈ ਮੈਥਡਸ ਆਫ ਰਿਡਿਊਸਿੰਗ ਫ੍ਰਿਕਸ਼ਨ। ਰਿਡਿਊਸਿੰਗ ਦਾ ਮਤਲਬ ਹੁੰਦਾ ਘੱਟ ਕਰਨਾ, ਕਿ ਜਿਹੜੀ ਫ੍ਰਿਕਸ਼ਨ ਹੈ ਉਹਨੂੰ ਆਪਾਂ ਕਿਸ ਤਰ੍ਹਾਂ ਨਾਲ ਘੱਟ ਕਰ ਸਕਦੇ ਹਾਂ। ਕਿਉਂਕਿ ਜੇ ਫ੍ਰਿਕਸ਼ਨ ਜ਼ਿਆਦਾ ਹੋਊਗੀ ਤਾਂ ਆਪਣੀ ਜਿਹੜੀ ਮਸ਼ੀਨਰੀ ਆ ਉਹ ਖਰਾਬ ਹੋ ਜੂਗੀ, ਇਸ ਕਰਕੇ ਆਪਾਂ ਨੂੰ ਫ੍ਰਿਕਸ਼ਨ ਨੂੰ, ਰਗੜ ਬਲ ਨੂੰ ਘਟਾਉਣਾ ਪਊਗਾ। ਫਸਟ ਹੈਗਾ ਬਾਏ ਪੋਲਿਸ਼ਿੰਗ, ਕਿ ਆਪਾਂ ਕਿਸੇ ਵੀ ਮਸ਼ੀਨਰੀ ਦੇ ਉੱਪਰ ਪੇਂਟ ਕਰਕੇ ਫ੍ਰਿਕਸ਼ਨਲ ਫੋਰਸ ਆ ਜਿਹੜੀ ਉਹਨੂੰ ਘੱਟ ਕਰ ਸਕਦੇ ਹਾਂ। ਸੈਕਿੰਡ ਹੈਗਾ ਬਾਈ ਲਿਊਬਰੀਕੇਸ਼ਨ, ਲਿਊਬਰੀਕੈਂਟਸ ਕੀ ਹੁੰਦੇ ਨੇਗੇ, ਜਿਹੜੇ ਕਿ ਫ੍ਰਿਕਸ਼ਨ ਫੋਰਸ ਘਟਾਉਂਦੇ ਆ, ਜਿਵੇਂ ਕਿ ਆਇਲ ਵਗੈਰਾ ਦੇਤਾ ਆਪਾਂ ਨੇ, ਤੇਲ ਵਗੈਰਾ ਦੇਤਾ ਮਸ਼ੀਨ ਨੂੰ, ਜਾਂ ਗਰੀਸ ਵਗੈਰਾ ਦੇਤਾ, ਇਹਨਾਂ ਨੂੰ ਆਪਾਂ ਲਿਊਬਰੀਕੈਂਟਸ ਕਹਿੰਦੇ ਆ। ਥਰਡ ਹੈਗਾ ਬਾਈ ਪ੍ਰੋਪਰ ਸਿਲੈਕਸ਼ਨ ਆਫ ਮਟੀਰੀਅਲ, ਕਿ ਜਿਹੜਾ ਆਪਣਾ ਮਟੀਰੀਅਲ ਹੈ ਮਸ਼ੀਨ ਦਾ ਉਹ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਜਿਹਦੇ ਵਿੱਚ ਕੀ ਹੈ, ਫ੍ਰਿਕਸ਼ਨਲ ਫੋਰਸ ਹੈ ਜਿਹੜੀ ਘੱਟ ਪੈਦਾ ਹੋਵੇ। ਫੋਰਥ ਪੁਆਇੰਟ ਹੈ ਬਾਈ ਸਟ੍ਰੀਮਲਾਈਨਿੰਗ ਦਾ ਸ਼ੇਪ ਆਫ ਬੋਡੀ, ਕਿ ਬੋਡੀ ਹੈ ਜਿਹੜੀ ਉਹਦੀ ਸ਼ੇਪ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਉਹਦੇ ਵਿੱਚ ਫ੍ਰਿਕਸ਼ਨਲ ਫੋਰਸ ਆ ਜਿਹੜੀ ਉਹ ਘੱਟ ਲੱਗੇ। ਫਿਫਥ ਹੈ ਬਾਈ ਯੂਜ਼ਿੰਗ ਬਾਲ ਬੀਅਰਿੰਗਸ, ਜਿਸ ਤਰ੍ਹਾਂ ਆਪਾਂ ਟਾਇਰਾਂ ਵਗੈਰਾ ਦੇ ਵਿੱਚ, ਵਾਹੀਕਲ ਦੇ ਵਿੱਚ ਬੀਅਰਿੰਗ ਯੂਜ਼ ਕਰਦੇ ਹਾਂ, ਉਸ ਤਰ੍ਹਾਂ ਨਾਲ ਕਿ ਉਹਨਾਂ ਨਾਲ ਕੀ ਹੈ, ਫ੍ਰਿਕਸ਼ਨ ਆ ਜਿਹੜੀ ਘੱਟ ਹੋ ਜਾਂਦੀ ਹੈ, ਰਗੜ ਵਾਲਾ ਜਿਹੜਾ ਘੱਟ ਜਾਂਦਾ। ਠੀਕ ਹੈ। ਨੈਕਸਟ ਆਪਣੇ ਕੋਲ ਹੈਗਾ ਕਿ ਆਪਾਂ ਨੂੰ ਫ੍ਰਿਕਸ਼ਨਲ ਫੋਰਸ ਦੇ, ਰਗੜ ਬਲ ਦੇ ਫਾਇਦੇ ਕੀ ਹੈ। ਸਭ ਤੋਂ ਵੱਡਾ ਫਾਇਦਾ ਕੀ ਹੈ ਕਿ ਰਗੜ ਬਲ ਦੇ ਕਰਕੇ, ਫ੍ਰਿਕਸ਼ਨਲ ਫੋਰਸ ਦੇ ਕਰਕੇ ਹੀ ਆਪਾਂ ਧਰਤੀ 'ਤੇ ਚੱਲ ਫਿਰ ਸਕਦੇ ਹਾਂ। ਕਿਉਂਕਿ ਜਿਹੜੀ ਧਰਤੀ ਹੈ ਸਰਫੇਸ ਆ ਉਹ, ਅਤੇ ਆਪਣਾ ਜਿਹੜਾ ਪੈਰ ਹੈ, ਉਹਨਾਂ ਦੋਨਾਂ ਦੇ ਵਿੱਚ ਕਿਹੜੀ ਫੋਰਸ ਹੈ, ਫ੍ਰਿਕਸ਼ਨਲ ਫੋਰਸ ਹੀ ਆਪਾਂ ਨੂੰ ਚੱਲਣ ਦੇ ਵਿੱਚ ਮਦਦ ਕਰਦੀ ਹੈ। ਜਿਵੇਂ ਕਿ ਆਪਾਂ ਨੂੰ ਨਿਊਟਨ ਦੇ ਥਰਡ ਲਾ ਨੇ ਆਪਾਂ ਨੂੰ ਦੱਸਿਆ ਸੀ ਕਿ ਐਕਸ਼ਨ ਰਿਐਕਸ਼ਨ ਪੇਅਰ ਹੁੰਦਾ, ਜਿਸ ਤਰ੍ਹਾਂ ਨਾਲ ਆਪਣਾ ਪੈਰ ਆ ਜਿਹੜਾ ਸਰਫੇਸ ਦੇ ਉੱਪਰ ਐਕਸ਼ਨ ਕਰਦਾ ਹੈ, ਤਾਂ ਜਿਹੜਾ ਧਰਤੀ ਦਾ ਸਰਫੇਸ ਆ ਉਹ ਵੀ ਕੀ ਇੱਕ ਰਿਐਕਸ਼ਨ ਦਿੰਦਾ, ਜਿਹਦੇ ਕਰਕੇ ਕਿ ਆਪਣਾ ਪੈਰ ਅੱਗੇ ਨੂੰ ਮੂਵ ਕਰਦਾ, ਆਪਾਂ ਚੱਲ ਸਕਦੇ ਹਾਂ। ਸੈਕਿੰਡ ਪੁਆਇੰਟ ਹੈਗਾ ਟੂ ਬੋਡੀਜ਼ ਸਟਿਕ ਟੂਗੈਦਰ, ਦੋ ਬੋਡੀਜ਼, ਜਿਵੇਂ ਆਪਣੇ ਕੋਲ ਟੇਬਲ ਹੈ, ਉਹਦੇ ਉੱਪਰ ਕੀ ਹੈ, ਕੋਈ ਬੁੱਕ ਵਗੈਰਾ ਪਈ ਹੈ, ਉਹਨਾਂ ਦੋਨਾਂ ਦੇ ਵਿੱਚ ਕੀ ਇੱਕ ਪੁਆਇੰਟ ਆਫ ਕੰਟੈਕਟ ਬਣਿਆ ਹੋਇਆ, ਫ੍ਰਿਕਸ਼ਨਲ ਫੋਰਸ ਪੈਦਾ ਹੋਈ ਹੈ ਸਟੇਟਿਕ ਫ੍ਰਿਕਸ਼ਨ, ਜਿਹਦੇ ਕਰਕੇ ਕੀ ਹੈ, ਬੋਡੀ ਹੈ ਜਿਹੜੀ ਖੜੀ ਹੈ ਇੱਕ ਜਗ੍ਹਾ 'ਤੇ ਫ੍ਰਿਕਸ਼ਨ ਦੇ ਕਰਕੇ। ਥਰਡ ਪੁਆਇੰਟ ਹੈਗਾ ਬ੍ਰੇਕ ਨੇ ਜਿਹੜੇ ਇਸੇ ਪ੍ਰਿੰਸੀਪਲ 'ਤੇ ਵਰਕ ਕਰਦੇ ਆ, ਫ੍ਰਿਕਸ਼ਨ 'ਤੇ। ਜਦੋਂ ਆਪਾਂ ਕਿਸੇ ਵੀ ਵਹੀਕਲ 'ਤੇ ਬ੍ਰੇਕ ਲਗਾਉਂਦੇ ਹਾਂ ਤਾਂ ਉਹ ਕੀ ਚੀਜ਼ ਸਟਾਪ ਹੋ ਜਾਂਦੀ ਹੈ, ਅਤੇ ਜਿਹੜੇ ਬ੍ਰੇਕ ਨੇ ਹਮੇਸ਼ਾ ਕੀ ਹੈ, ਅਪੋਜਿਟ ਡਾਇਰੈਕਸ਼ਨ 'ਚ ਫ੍ਰਿਕਸ਼ਨਲ ਫੋਰਸ ਲਾਉਂਦੇ ਆ, ਚੀਜ਼ ਨੂੰ ਜਾਣ ਤੋਂ ਰੋਕਦੇ ਆ। ਕਲੀਅਰ। ਫੋਰਥ ਪੁਆਇੰਟ ਹੈ ਦ ਟ੍ਰਾਂਸਫਰ ਆਫ ਮੋਸ਼ਨ ਫਰੋਮ ਵਨ ਪਾਰਟ ਆਫ ਅ ਮਸ਼ੀਨ ਟੂ ਦ ਅਦਰ ਪਾਰਟ ਥਰੂ ਬੈਲਟ ਪੋਸੀਬਲ ਬਾਏ ਫ੍ਰਿਕਸ਼ਨ। ਜਿਸ ਤਰ੍ਹਾਂ ਆਪਾਂ ਕੀ ਹੈ, ਕੋਈ ਇੰਜਨ ਵਗੈਰਾ ਚਲਾਉਂਦੇ ਹਾਂ, ਕੋਈ ਮਸ਼ੀਨ ਲੈਂਦੇ ਹਾਂ, ਉਹਦੇ ਉੱਪਰ ਕੀ ਇੱਕ ਬੈਲਟ ਚੜੀ ਹੁੰਦੀ ਆ, ਜਿਹਦੇ ਕਰਕੇ ਕੀ ਆ, ਇਹ ਘੁੰਮਦਾ ਹੈ, ਇਹ ਵਾਲਾ ਪਾਰਟ ਘੁੰਮਦਾ ਹੈ, ਤਾਂ ਬੈਲਟ ਦੇ ਕਰਕੇ ਦੂਸਰਾ ਪਾਰਟ ਵੀ ਜਿਹੜਾ ਨਾਲ ਘੁੰਮਣ ਲੱਗ ਜਾਂਦਾ ਹੈ। ਠੀਕ ਹੈ। ਟ੍ਰਾਂਸਫਰ ਹੋ ਰਿਹਾ ਮੋਸ਼ਨ ਦਾ, ਕਾਹਦੇ ਕਰਕੇ, ਫ੍ਰਿਕਸ਼ਨ ਦੇ ਕਰਕੇ। ਇਹਦੇ ਆਪਣੇ ਇਹ ਫਾਇਦੇ ਸੀ ਆਪਣੇ ਕੋਲ ਫ੍ਰਿਕਸ਼ਨ ਦੇ। ਹੁਣ ਕੁਛ ਨੁਕਸਾਨ ਵੀ ਨੇ ਜਿਹੜੇ ਫ੍ਰਿਕਸ਼ਨ ਕਰਕੇ ਹੁੰਦੇ ਹੈ। ਫਸਟ ਹੈਗਾ ਫ੍ਰਿਕਸ਼ਨ ਕਾਊਜ਼ ਵੀਅਰ ਐਂਡ ਟੀਅਰ ਆਫ ਦਾ ਪਾਰਟ ਆਫ ਮਸ਼ੀਨਰੀ ਇਨ ਕੰਟੈਕਟ, ਦਸ ਦੇਅਰ ਲਾਈਫ ਟਾਈਮ ਰਿਡਿਊਸ। ਫ੍ਰਿਕਸ਼ਨਲ ਰਗੜ ਦੇ ਬਲ ਦੇ ਕਰਕੇ ਕੀ ਹੈ, ਜਿਹੜੇ ਮਸ਼ੀਨਾਂ ਦੇ ਟਾਇਰ ਵਗੈਰਾ ਹੁੰਦੇ ਨੇ ਜਾਂ ਮਸ਼ੀਨਾਂ ਹੁੰਦੀਆਂ ਨੇ, ਉਹ ਕੀ ਹੈ, ਜਾਂ ਤਾਂ ਟੁੱਟ ਜਾਂਦੀਆਂ ਨੇ ਜਾਂ ਕੀ ਖਰਾਬ ਹੋ ਜਾਂਦੀਆਂ ਨੇ, ਟੁੱਟ ਜਾਂਦੇ ਨੇ ਜਾਂ ਤਰੇੜਾਂ ਵਗੈਰਾ ਆ ਜਾਂਦੀਆਂ ਨੇ ਉਹਨਾਂ ਦੇ ਵਿੱਚ, ਕਿਹਦੇ ਕਰਕੇ, ਜ਼ਿਆਦਾ ਰਗੜ ਬਲ ਪੈਦਾ ਹੋਣ ਕਰਕੇ। ਸੈਕਿੰਡ ਪੁਆਇੰਟ ਹੈਗਾ ਫ੍ਰਿਕਸ਼ਨਲ ਫੋਰਸ ਰਿਜ਼ਲਟ ਇਨ ਪ੍ਰੋਡਕਸ਼ਨ ਆਫ ਹੀਟ, ਜ਼ਿਆਦਾ ਰਗੜ ਬਲ ਪੈਦਾ ਹੋਣ ਕਰਕੇ ਕਈ ਵਾਰੀ ਮਸ਼ੀਨਾਂ ਗਰਮ ਵਗੈਰਾ ਹੋ ਜਾਂਦੀਆਂ ਨੇ, ਜਿਹਦੇ ਕਰਕੇ ਉਹ ਕੀ ਹੈ, ਡੈਮੇਜ ਹੋ ਜਾਂਦੀਆਂ ਨੇ, ਬਿਲਕੁਲ ਖਰਾਬ ਹੋ ਜਾਂਦੀਆਂ ਨੇ। ਹਾਂਜੀ, ਆਪਣਾ ਫ੍ਰਿਕਸ਼ਨ ਟੌਪਿਕ ਸੀ ਜਿਹਦੇ ਵਿੱਚ ਆਪਾਂ ਫ੍ਰਿਕਸ਼ਨ ਬਾਰੇ ਦੇਖਿਆ, ਉਹਦੇ ਫਾਇਦੇ ਕੀ ਨੇ, ਉਹਦੇ ਨੁਕਸਾਨ ਕੀ ਨੇ। ਇੱਥੇ ਆਪਣਾ ਇਹ ਚੈਪਟਰ ਜਿਹੜਾ ਕੰਪਲੀਟ ਹੁੰਦਾ ਹੈ। ਨੈਕਸਟ ਵੀਡੀਓ ਦੇ ਵਿੱਚ ਆਪਾਂ ਇਹਦੇ ਕੁਝ MCQ ਡਿਸਕਸ ਕਰਾਂਗੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਕਲੀਅਰਲੀ ਸਮਝ ਆ ਰਿਹਾ ਹੋਏਗਾ। ਅਗਰ ਤੁਹਾਨੂੰ ਕੋਈ ਵੀ ਡਾਊਟ ਹੈ ਜਾਂ ਕੋਈ ਵੀ ਸੁਜੈਸ਼ਨ ਦੇਣਾ, ਤੁਸੀਂ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਸੁਜੈਸ਼ਨ ਦੇ ਸਕਦੇ ਹੋ।
ਹਾਂਜੀ, ਕਲਾਸ ਦਾ PDF ਲੈਣ ਦੇ ਵਾਸਤੇ ਤੁਸੀਂ ਸਾਡਾ ਟੈਲੀਗ੍ਰਾਮ ਚੈਨਲ ਜੁਆਇਨ ਕਰ ਸਕਦੇ ਹੋ, ਜਿਸ ਦਾ ਲਿੰਕ ਹੈ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਹੈ। ਅਗਰ ਵੀਡੀਓ ਅੱਛੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਐਂਡ ਸਬਸਕ੍ਰਾਈਬ ਕਰਿਓ। ਥੈਂਕ ਯੂ।